सत श्री अकाल ਅਤੇ नमस्कार जी ਸਾਰਿਆਂ ਨੂੰ। ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਹੈ ਜੀ ਇਲੈਕਟ੍ਰੀਕਲ ਐਬਰੀਵੀਏਸ਼ਨਸ। ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਜੋ ਐਬਰੀਵੀਏਸ਼ਨਸ ਯੂਜ਼ ਕੀਤੀਆਂ ਜਾਂਦੀਆਂ ਨੇ, ਠੀਕ ਹੈ ਜੀ, ਉਹਦੇ ਰਿਗਾਰਡਿੰਗ ਹੈ। ਠੀਕ ਹੈ ਜੀ। ਸੋ ਪਹਿਲੀ ਹੈ ਜਿਸ ਦੇ ਵਿੱਚ, ਜਿਸ ਤਰ੍ਹਾਂ ਸਪੋਜ਼ ਕਰੋ, ਪਹਿਲੀ ਹੈ ਆਲਟਰਨੇਟਿੰਗ ਕਰੰਟ। ਉਹਨੂੰ ਕੀ ਲਿਖਦੇ ਹਾਂ ਜੀ? AC, ਡਾਇਰੈਕਟ ਕਰੰਟ DC, ਕਿਲੋ ਵੋਲਟ ਨੂੰ KV, ਠੀਕ ਹੈ ਜੀ, ਅਤੇ ਹਾਈ ਟੈਂਸ਼ਨ ਨੂੰ HT। ਹਾਈ ਟੈਂਸ਼ਨ ਕੀ ਹੈ ਜੀ? ਹਾਈ ਟੈਂਸ਼ਨ ਜੋ ਟਰਾਂਸਮਿਸ਼ਨ ਲਾਈਨ ਹੁੰਦੀਆਂ ਨੇ ਆਪਣੀਆਂ, ਜਦੋਂ ਸਪੋਜ਼ ਕਰੋ ਵੀ ਜਨਰੇਸ਼ਨ ਹੁੰਦੀ ਹੈ ਜਿੱਥੇ ਬਿਜਲੀ ਬਣਦੀ ਹੈ, ਠੀਕ ਹੈ ਜੀ, ਡੈਮਸ ਦੇ ਉੱਪਰ, ਜਿਵੇਂ ਭਾਖੜਾ ਨੰਗਲ ਦਾ ਡੈਮ ਹੋ ਗਿਆ ਜਾਂ ਕੋਈ ਥਰਮਲ ਪਲਾਂਟ ਵਗੈਰਾ ਹੋ ਗਿਆ ਜਿੱਥੇ ਬਿਜਲੀ ਬਣਦੀ ਹੈ, ਠੀਕ ਹੈ ਜੀ, ਉੱਥੋਂ ਜਿਹੜੀ ਬਿਜਲੀ ਹੈਗੀ ਆ ਉਹ 11 kV ਵੋਲਟ ਤੋਂ ਜਨਰੇਟ ਹੋ ਕੇ ਅਤੇ ਉਸ ਤੋਂ ਬਾਅਦ ਜਦੋਂ ਉਹਨੂੰ ਟਰਾਂਸਫਾਰਮਰ ਦੀ ਹੈਲਪ ਦੇ ਨਾਲ ਸਟੈਪ ਅਪ ਕੀਤਾ ਜਾਂਦਾ ਹੈ, ਉਹ ਵਾਲੀ ਜਿਹੜੀ ਵੋਲਟੇਜਸ ਹੈ 11 kV ਹੋ ਗਈ ਜਾਂ ਉਸ ਤੋਂ ਉੱਪਰ, ਜਿਸ ਤਰ੍ਹਾਂ 33 ਕਿਲੋ ਵੋਲਟ, 66 ਕਿਲੋ ਵੋਲਟ, 132 ਕਿਲੋ ਵੋਲਟ, ਇਹ ਜਿਹੜੀ ਸਾਰੀ ਵੋਲਟੇਜ ਹੈ ਉਹਨੂੰ ਹਾਈ ਟੈਂਸ਼ਨ HT ਕਿਹਾ ਜਾਂਦਾ ਹੈ, HT ਲਾਈਨ। ਠੀਕ ਹੈ ਜੀ। HV ਹਾਈ ਵੋਲਟੇਜ, ਪਾਵਰ ਫੈਕਟਰ ਨੂੰ PF ਲਿਖਿਆ ਜਾਂਦਾ ਹੈ, ਕਿਲੋ ਵਾਟ ਆਰ ਨੂੰ KWH ਨਾਲ ਲਿਖਿਆ ਜਾਂਦਾ ਹੈ। ਕਿਲੋ ਵਾਟ ਆਰ ਕੀ ਹੈ ਜੀ? ਇਹ ਐਨਰਜੀ ਦਾ ਯੂਨਿਟ ਹੈਗਾ। ਠੀਕ ਹੈ। ਐਨਰਜੀ ਉਹ ਐਨਰਜੀ ਜੋ ਆਪਣੇ ਘਰ ਦੇ ਵਿੱਚ ਲੱਗਾ ਹੋਇਆ ਮੀਟਰ, ਜੋ ਐਨਰਜੀ ਮੀਟਰ ਹੈ ਕਿ ਆਪਾਂ ਇੱਕ ਮਹੀਨੇ ਦੇ ਜਾਂ ਇੱਕ ਦਿਨ ਦਾ ਜਾਂ 2 ਮਹੀਨਿਆਂ ਦਾ ਜਿੰਨਾ ਵੀ ਟਾਈਮ ਪੀਰੀਅਡ ਹੁੰਦਾ ਹੈ ਕਿ ਆਪਾਂ ਕਿੰਨੀ ਐਨਰਜੀ ਕੰਜ਼ਿਊਮ ਕਰ ਚੁੱਕੇ ਹਾਂ ਥਰੂ ਬਲਬ ਜਾਂ ਥਰੂ ਪੱਖੇ ਵਗੈਰਾ ਜਾਂ ਜਿੰਨੇ ਵੀ ਆਪਣੇ ਘਰ ਦੇ ਵਿੱਚ ਇਲੈਕਟ੍ਰੀਕਲ ਅਪਲਾਇੰਸਿਸ ਹੈ, ਠੀਕ ਹੈ ਜੀ, ਉਹਨਾਂ ਵਾਲੀ ਜਿਹੜੀ ਐਨਰਜੀ ਹੈ ਇਲੈਕਟ੍ਰੀਕਲ ਐਨਰਜੀ, ਉਹਦਾ ਯੂਨਿਟ ਹੈ ਜੀ KWH, ਕਿਲੋ ਵਾਟ ਆਰ। ਉਸ ਤੋਂ ਬਾਅਦ ਆ ਗਿਆ ਜੀ ਕਿਲੋ ਵਾਟ। ਇਹ ਕੀ ਹੈਗਾ ਜੀ? ਟਰੂ ਪਾਵਰ, ਯੂਨਿਟ ਆਫ ਟਰੂ ਪਾਵਰ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੋ ਪਾਵਰ ਹੈ, ਠੀਕ ਹੈ ਜੀ, ਪਾਵਰ ਜਿਹੜੀ ਹੈ ਉਹਨੂੰ 3 ਤਰੀਕਿਆਂ ਨਾਲ ਡਿਫਾਈਨ ਕੀਤਾ ਜਾਂਦਾ ਹੈ। ਠੀਕ ਹੈ ਜੀ। ਪਾਵਰ ਕਿਹੜੀ ਹੈ ਜੀ? 3 ਤਰੀਕਿਆਂ ਦੇ ਨਾਲ ਡਿਫਾਈਨ ਕਰਨ ਵਾਲੀ। ਪਹਿਲੀ ਹੈ ਜੀ ਟਰੂ ਪਾਵਰ, ਟਰੂ ਪਾਵਰ, ਠੀਕ ਹੈ ਜੀ। ਟਰੂ ਪਾਵਰ ਉਹ ਪਾਵਰ ਹੈ ਜੋ ਐਕਚੁਅਲ ਦੇ ਵਿੱਚ ਸਾਨੂੰ ਅਪੀਅਰ ਹੁੰਦੀ ਦਿਸਦੀ ਹੈ। ਠੀਕ ਹੈ ਨਾ। ਸਪੋਜ਼ ਕਰੋ ਜਿਸ ਤਰ੍ਹਾਂ ਮੰਨ ਲਓ ਮੋਟਰ ਆ ਜਾਂ ਜਨਰੇਟਰ ਆ, ਉਹ ਜੋ ਵੀ ਐਨਰਜੀ ਪ੍ਰੋਡਿਊਸ ਕਰ ਰਿਹਾ ਹੈ, ਮੋਟਰ ਜਾਂ ਜਨਰੇਟਰ ਦੀ ਜਿਹੜੀ ਸ਼ਾਫਟ ਹੈ ਉਹ ਘੁੰਮ ਰਹੀ ਹੈ, ਠੀਕ ਹੈ ਜੀ। ਉਹ ਸ਼ਾਫਟ ਘੁੰਮ ਰਹੀ, ਸ਼ਾਫਟ ਕਿੰਨੀ ਸਪੀਡ ਨਾਲ ਘੁੰਮ ਰਹੀ ਹੈ, ਉਹਦੇ ਵਿੱਚ ਕਿੰਨੀ ਪਾਵਰ ਹੈ, ਉਸ ਸ਼ਾਫਟ ਦੀ ਆਪਾਂ ਸਪੀਡ ਮੇਜਰ ਕਰ ਸਕਦੇ ਹਾਂ। ਉਹ ਪਾਵਰ ਆਪਾਂ ਨੂੰ ਕੀ ਹੈ ਜੀ? ਦਿਖ ਰਹੀ ਹੈਗੀ ਹੈ, ਉਹਨੂੰ ਬੋਲਦੇ ਹਾਂ ਟਰੂ ਪਾਵਰ। ਦੂਸਰੇ ਨੰਬਰ 'ਤੇ ਜੋ ਪਾਵਰ ਆਉਂਦੀ ਹੈ ਉਹ ਹੈ ਅਪਾਰੈਂਟ ਪਾਵਰ, ਅਪਾਰੈਂਟ ਪਾਵਰ, ਠੀਕ ਹੈ ਜੀ। ਅਪਾਰੈਂਟ ਦਾ ਮਤਲਬ ਹੁੰਦਾ ਏ ਸੀਮਸ ਟੂ ਬੀ ਰੀਅਲ, ਸੀਮਸ ਟੂ ਬੀ ਰੀਅਲ, ਮਤਲਬ ਕਿ ਉਹ ਰੀਅਲ ਐਕਚੁਅਲ ਦੇ ਵਿੱਚ ਹੈ ਨਹੀਂ, ਅਸਲੀ ਹੈ ਨਹੀਂ, ਪਰ ਉਹ ਦਿਖਦੀ ਹੈ ਵੀ ਹੈ, ਅਸਲੀ ਹੈ, ਦਿਖ ਰਹੀ ਹੈ ਅਸਲੀ, ਪਰ ਹੈ ਨਹੀਂ। ਜਿਹਨੂੰ ਬੋਲਦੇ ਆ ਮ੍ਰਿਗ ਤ੍ਰਿਸ਼ਨਾ, ਵੀ ਦਿਖ ਰਿਹਾ ਹੈ, ਠੀਕ ਹੈ ਨਹੀਂ, ਪਰ ਐਕਚੁਅਲ ਦੇ ਵਿੱਚ ਉੱਥੇ ਹੈ ਨਹੀਂਗਾ। ਠੀਕ ਹੈ। ਉਹ ਵਾਲੀ ਜਿਹੜੀ ਪਾਵਰ ਹੈ ਉਹ ਅਪਾਰੈਂਟ ਪਾਵਰ ਨੂੰ ਕਹਿੰਦੇ ਆ। ਅਤੇ ਜਿਹੜੀ ਤੀਸਰੀ ਪਾਵਰ ਹੈ ਉਹ ਹੁੰਦੀ ਹੈ ਜੀ ਤੁਹਾਡੀ ਰਿਐਕਟਿਵ ਪਾਵਰ। ਠੀਕ ਹੈ ਜੀ। ਰਿਐਕਟਿਵ ਪਾਵਰ ਇਹ ਉਹ ਪਾਵਰ ਹੈ ਜਿਹੜੀ ਕਿਸੇ ਯੂਜ਼ ਦੇ ਵਿੱਚ ਨਹੀਂ ਆਉਂਦੀ, ਜਿਹੜੀ ਵੇਸਟ ਹੋ ਜਾਂਦੀ ਹੈਗੀ ਆ, ਉਹਨੂੰ ਬੋਲਦੇ ਨੇ ਜੀ ਰਿਐਕਟਿਵ ਪਾਵਰ। ਠੀਕ ਹੈ ਜੀ। ਹੁਣ ਆਪਾਂ ਟੌਪਿਕ 'ਤੇ ਵਾਪਸ ਆਉਂਦੇ ਹਾਂ। ਕਿਲੋ ਵਾਟ ਜੋ ਹੈ ਯੂਨਿਟ ਆਫ ਟਰੂ ਪਾਵਰ ਹੈ, ਠੀਕ ਹੈ ਜੀ। ਯੂਨਿਟ ਕਿਲੋ ਵੋਲਟ ਐਂਪੀਅਰ KVA, ਠੀਕ ਹੈ ਜੀ। ਯੂਨਿਟ ਆਫ ਅਪਰੈਂਟ ਪਾਵਰ, ਜਿਹਦੀ ਆਪਾਂ ਹੁਣੇ ਗੱਲ ਕਰਕੇ ਗਏ ਹਾਂ। ਅਪਰੈਂਟ ਪਾਵਰ ਨੂੰ ਮੈਜ਼ਰ ਕੀਤਾ ਜਾਂਦਾ ਹੈ KVA ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਪੋਟੈਂਸ਼ੀਅਲ ਡਿਫਰੈਂਸ ਨੂੰ PD ਲਿਖਿਆ ਜਾਂਦਾ ਹੈ, RLC, R ਫॉर ਰੈਜ਼ਿਸਟੈਂਸ, L ਫॉर ਇੰਡਕਟੈਂਸ ਅਤੇ C ਫॉर ਕਪੈਸਿਟੈਂਸ। ਠੀਕ ਹੈ ਜੀ। ਇਹ ਜਿਹੜੇ R, L ਅਤੇ C ਨੇ, ਇਹਨਾਂ ਨੂੰ ਪੈਸਿਵ ਕੰਪੋਨੈਂਟ ਕਹਿੰਦੇ ਹੈਗੇ ਆ, ਪੈਸਿਵ, ਪੈਸਿਵ ਕੰਪੋਨੈਂਟ ਇਹਨਾਂ ਨੂੰ ਕਿਹਾ ਜਾਂਦਾ ਹੈਗਾ। ਮਤਲਬ ਕਿ ਇਹ ਆਪਣੇ ਆਪ ਕੰਮ ਨਹੀਂ ਕਰਦੇ। ਇਹਨਾਂ ਤੋਂ ਜੇ ਤੁਸੀਂ ਕੰਮ ਲੈਣਾ ਹੈ ਤਾਂ ਇਹਨਾਂ ਨੂੰ ਤੁਹਾਨੂੰ ਬਿਜਲੀ ਵਗੈਰਾ, ਕਰੰਟ ਵਗੈਰਾ ਇਹਨਾਂ ਦੇ ਵਿੱਚੋਂ ਪਾਸ ਕਰਨਾ ਪਏਗਾ। ਠੀਕ ਹੈ ਜੀ। ਇਸੇ ਕਰਕੇ ਇਹ ਐਕਟਿਵ ਕੰਪੋਨੈਂਟ ਨਹੀਂ। 2 ਤਰ੍ਹਾਂ ਦੇ ਕੰਪੋਨੈਂਟ ਹੁੰਦੇ ਆ, ਇੱਕ ਐਕਟਿਵ ਕੰਪੋਨੈਂਟ ਹੁੰਦੇ ਆ, ਇੱਕ ਪੈਸਿਵ ਕੰਪੋਨੈਂਟ ਹੁੰਦੇ ਆ। ਸੋ RLC, ਰੈਜ਼ਿਸਟੈਂਸ, ਇੰਡਕਟੈਂਸ ਅਤੇ ਕਪੈਸਿਟੈਂਸ ਜਿਹੜੇ ਨੇ, ਇਹ ਕੀ ਨੇ? ਤੁਹਾਡੇ ਪੈਸਿਵ ਕੰਪੋਨੈਂਟ ਨੇ। ਅਤੇ ਇਸ ਤੋਂ ਉਲਟ ਜੇ ਆਪਾਂ ਐਕਟਿਵ ਕੰਪੋਨੈਂਟ ਦੀ ਗੱਲ ਕਰੀਏ, ਐਕਟਿਵ ਕੰਪੋਨੈਂਟਸ ਦੀ ਗੱਲ ਕਰੀਏ, ਉਹ ਕਿਹੜੇ ਤੁਹਾਡੇ ਆ ਜਾਂਦੇ ਨੇ? ਉਹ ਆ ਜਾਂਦੇ ਨੇ ਤੁਹਾਡੇ ਵੋਲਟੇਜ ਐਂਡ ਕਰੰਟ ਸੋਰਸ। ਜਿੰਨੇ ਵੀ ਤੁਹਾਡੇ ਵੋਲਟੇਜ ਸੋਰਸ ਨੇ
ਉਹ ਸੋਰਸ ਜਿਨ੍ਹਾਂ ਤੋਂ ਸਾਨੂੰ ਵੋਲਟੇਜ ਮਿਲਦੀ ਹੈ ਜਾਂ ਉਹ ਸੋਰਸ ਜਿਨ੍ਹਾਂ ਤੋਂ ਸਾਨੂੰ ਕਰੰਟ ਮਿਲਦਾ ਹੈ, ਉਹ ਤੁਹਾਡੇ ਕੀ ਆ ਜਾਂਦੇ ਨੇ, ਐਕਟਿਵ ਕੰਪੋਨੈਂਟ ਕਹਿੰਦੇ ਨੇ ਉਹਨਾਂ ਨੂੰ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਜੀ ਜੀ। ਇਹਨੂੰ ਕਿਹਦੇ ਨਾਲ ਜੀ ਜਿਹੜਾ ਸਿੰਬਲ ਕਿਹਦਾ ਹੈਗਾ ਜੀ, ਕੰਡਕਟੈਂਸ ਦਾ। ਠੀਕ ਹੈ ਜੀ, ਕੰਡਕਟੈਂਸ। ਹੁਣ ਤੁਸੀਂ ਰੈਜ਼ਿਸਟੈਂਸ ਬਾਰੇ ਦੇਖਿਆ ਹੋਏਗਾ। ਰੈਜ਼ਿਸਟੈਂਸ ਦਾ ਮਤਲਬ ਹੁੰਦਾ ਹੈ ਰੋਕ, ਕਿਸੇ ਚੀਜ਼ ਨੂੰ ਰੋਕਣਾ। ਠੀਕ ਹੈ ਜੀ। ਇਹਦਾ ਜਿਹੜਾ ਇਹਦੀ ਜਿਹੜੀ ਜੋ ਡੈਫੀਨੇਸ਼ਨ ਹੈ ਉਹ ਮੈਂ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅਪਲੋਡ ਕਰਕੇ ਦੱਸਾਂਗਾ ਕਿ ਰੈਜ਼ਿਸਟੈਂਸ ਕੀ ਚੀਜ਼ ਹੈ, ਕਿੱਥੋਂ ਰੈਜ਼ਿਸਟੈਂਸ ਆਉਂਦਾ ਹੈ। ਠੀਕ ਹੈ ਜੀ। ਅਤੇ ਕੰਡਕਟੈਂਸ ਬਾਰੇ ਵੀ ਮੈਂ ਤੁਹਾਨੂੰ ਉਦੋਂ ਹੀ ਦੱਸਾਂਗਾ। ਇਹ ਤੁਹਾਡੀ ਸਟੱਡੀ ਜਿਹੜੀ ਆ ਇਹਦੀ ਬਰੀਫ ਹੈਗੀ ਆ, ਉਹਦੀ ਬਰੀਫ ਮੈਂ ਕਰਕੇ ਤੁਹਾਨੂੰ ਦੱਸਾਂਗਾ ਉਹਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ। ਠੀਕ ਹੈ ਜੀ। ਸੋ ਕੰਡਕਟੈਂਸ ਨੂੰ ਡਿਨੋਟ ਕੀਤਾ ਜਾਂਦਾ ਹੈ ਜੀ ਦੇ ਨਾਲ। ਹਰਟਜ਼ ਨੂੰ ਲਿਖਿਆ ਜਾਂਦਾ ਹੈ HZ ਦੇ ਨਾਲ। ਹਰਟਜ਼ ਕਿਹਦਾ ਯੂਨਿਟ ਹੈ ਜੀ, ਫਰੀਕੁਐਂਸੀ ਦਾ। ਠੀਕ ਹੈ ਜੀ। ਸੀਟੀ ਕੀ ਹੈ ਜੀ, ਤੁਹਾਡਾ ਕਰੰਟ ਟਰਾਂਸਫਾਰਮਰ। ਅਤੇ PT ਕੀ ਹੁੰਦਾ ਜੀ, ਪੋਟੈਂਸ਼ੀਅਲ ਟਰਾਂਸਫਾਰਮਰ। ਕਰੰਟ ਟਰਾਂਸਫਾਰਮਰ ਅਤੇ ਪੋਟੈਂਸ਼ੀਅਲ ਟਰਾਂਸਫਾਰਮਰ ਦੋਨੋਂ ਜਿਹੜੇ ਟਰਾਂਸਫਾਰਮਰ ਨੇ, ਇਹਨਾਂ ਨੂੰ ਨਾਮ ਦਿੱਤਾ ਗਿਆ ਜੀ ਇੰਸਟਰੂਮੈਂਟ ਟਰਾਂਸਫਾਰਮਰ। ਬੋਥ CT ਐਂਡ PT ਆਰ ਕਾਲਡ ਇੰਸਟਰੂਮੈਂਟ ਟਰਾਂਸਫਾਰਮਰ। ਠੀਕ ਹੈ ਜੀ। ਇਹਨੂੰ ਇੰਸਟਰੂਮੈਂਟ ਟਰਾਂਸਫਾਰਮਰ ਕਿਉਂ ਕਿਹਾ ਗਿਆ ਹੈ ਕਿ ਇਹ ਜਿਹੜੇ ਟਰਾਂਸਫਾਰਮਰ ਨੇ ਵੱਡੀਆਂ ਲਾਈਨਾਂ, ਠੀਕ ਹੈ ਜੀ, ਮਤਲਬ ਕਿ 33 ਕਿਲੋ ਵੋਲਟ ਹੋ ਗਈ, 11 ਕਿਲੋ ਵੋਲਟ ਹੋ ਗਈ, ਜਿਹੜੀਆਂ HT ਲਾਈਨਾਂ ਨੇ ਉਹਨਾਂ ਦੇ ਨਾਲ ਉਹਨਾਂ ਦੇ ਉੱਪਰ ਇਹਨਾਂ ਨੂੰ CT ਅਤੇ PT ਨੂੰ ਇੰਸਟਾਲ ਕੀਤਾ ਜਾਂਦਾ ਹੈ। ਕਿਸ ਚੀਜ਼ ਵਾਸਤੇ ਇੰਸਟਾਲ ਕੀਤਾ ਜਾਂਦਾ ਜੀ, ਵੋਲਟੇਜ ਅਤੇ ਕਰੰਟ ਮੇਜ਼ਰ ਕਰਨ ਵਾਸਤੇ। ਜੋ CT ਹੈ ਨਾਮ ਤੋਂ ਹੀ ਕਲੀਅਰ ਹੈ, ਕਰੰਟ ਟਰਾਂਸਫਾਰਮਰ ਹੈ। ਠੀਕ ਹੈ ਜੀ, ਉਹ ਕਰੰਟ ਮੇਜ਼ਰ ਕਰੇਗਾ। ਜੋ PT ਹੈ ਜੀ, ਉਹ ਪੋਟੈਂਸ਼ੀਅਲ ਟਰਾਂਸਫਾਰਮਰ ਹੈ, ਉਹ ਵੋਲਟੇਜ ਮੇਜ਼ਰ ਕਰੇਗਾ। ਠੀਕ ਹੈ। ਵੱਡੀਆਂ ਲਾਈਨਾਂ ਦੇ ਵਿੱਚ ਵੋਲਟੇਜ ਅਤੇ ਲਾਰਜ ਅਮਾਊਂਟ ਦਾ ਕਰੰਟ ਮੇਜ਼ਰ ਕਰਨ ਵਾਸਤੇ CT ਅਤੇ PT ਨੂੰ ਇੰਸਟਾਲ ਕੀਤਾ ਜਾਂਦਾ ਹੈਗਾ। ਠੀਕ ਹੈ ਜੀ। ਉਸ ਤੋਂ ਅਗਲੇ ਬੰਨੇ ਆਉਂਦੇ ਹਾਂ ਜੀ ਆਪਾਂ ਇੰਡਕਟਿਵ ਰਿਐਕਟੈਂਸ। ਇਹ XL ਦੇ ਨਾਲ, ਇਹ ਵੀ ਮੈਂ ਨੈਕਸਟ ਵੀਡੀਓ ਜਾ ਕੇ ਤੁਹਾਨੂੰ ਦੱਸਾਂਗਾ ਡਿਟੇਲ ਇਹਦੀ। ਕਪੈਸਿਟਿਵ ਰਿਐਕਟੈਂਸ XC ਦੇ ਨਾਲ। ਜਿਹੜੀ ਨਾਰਮਲ ਰਿਐਕਟੈਂਸ ਹੈ ਉਹਨੂੰ X ਦੇ ਨਾਲ ਡਿਨੋਟ ਕੀਤਾ ਜਾਂਦਾ ਹੈ। ਇਹਨਾਂ ਤੁਸੀਂ ਜਸਟ ਇਹ ਚੀਜ਼ ਨੋਟ ਕਰ ਲਵੋ ਕਿ ਜਿਹੜੇ ਆਪਾਂ ਪੈਸਿਵ ਕੰਪੋਨੈਂਟ ਪੜ੍ਹ ਕੇ ਗਏ ਹਾਂ R, L ਅਤੇ C, ਜੋ ਇੰਡਕਟਿਵ ਰਿਐਕਟੈਂਸ ਹੈ ਨਾ ਆਹ ਵਾਲੀ XL, ਠੀਕ ਹੈ ਜੀ, ਇਹ ਜੋ ਤੁਹਾਡਾ ਕੰਪੋਨੈਂਟ ਹੈ L, ਠੀਕ ਹੈ, ਇਹ ਸ਼ੋ ਕਰਦਾ ਹੈ। ਅਤੇ ਜੋ ਕਪੈਸਿਟਿਵ ਰਿਐਕਟੈਂਸ ਹੈ XC, ਇਹ ਜਿਹੜਾ ਤੁਹਾਡਾ ਦੇਖੋ ਨਾਮ ਤੋਂ ਕਲੀਅਰ ਹੈ ਕਪੈਸਿਟਿਵ ਰਿਐਕਟੈਂਸ ਹੈ, ਅਤੇ ਇਹ ਕਪੈਸਿਟਰ C ਜਿਹੜਾ ਤੁਹਾਨੂੰ ਸ਼ੋ ਕਰੇਗਾ। ਠੀਕ ਹੈ ਜੀ। ਆ ਜਿਸ ਤਰ੍ਹਾਂ ਰੈਜ਼ਿਸਟੈਂਸ ਜਿਹੜਾ ਹੈਗਾ ਹੈ R ਮੈਨੇ ਕੀ ਹੈ ਜੀ, ਰੈਜ਼ਿਸਟੈਂਸ। ਠੀਕ ਹੈ। ਰੈਜ਼ਿਸਟੈਂਸ ਕੀ ਹੈ ਜੀ, ਰੋਕ ਹੈ। ਠੀਕ ਹੈ ਜੀ। ਅਤੇ ਇਸੇ ਤਰ੍ਹਾਂ ਜਿਹੜਾ ਹੈ ਕਪੈਸਿਟਿਵ ਰਿਐਕਟੈਂਸ ਅਤੇ ਇੰਡਕਟਿਵ ਰਿਐਕਟੈਂਸ, ਇਹ ਵੀ ਦੋਨੋਂ ਕੀ ਨੇ, ਰੋਕ ਹੀ ਨੇ। ਠੀਕ ਹੈ। ਇਹ ਵੀ ਇੱਕ ਤਰ੍ਹਾਂ ਦਾ ਰੈਜ਼ਿਸਟੈਂਸ ਹੀ ਨੇ। ਠੀਕ ਹੈ। ਪਰ ਇਹ ਰੈਜ਼ਿਸਟੈਂਸ ਆਪਣਾ ਕਿਹਦੇ ਵਿੱਚ ਸ਼ੋ ਕਰਦੀਆਂ ਨੇ, ਜਿਹੜੀ ਇੰਡਕਟਿਵ ਰਿਐਕਟੈਂਸ ਹੈ ਉਹ ਰੈਜ਼ਿਸਟੈਂਸ ਆਪਣਾ ਸ਼ੋ ਕਰੇਗੀ ਇੰਡਕਟਰ L ਦੇ ਵਿੱਚ, ਅਤੇ ਜਿਹੜੀ ਕਪੈਸਿਟਿਵ ਰਿਐਕਟੈਂਸ ਹੈ ਇਹ ਆਪਣਾ ਰੈਜ਼ਿਸਟੈਂਸ ਸ਼ੋ ਕਰੇਗੀ ਕਪੈਸਿਟਰ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਆ ਗਿਆ ਜੀ ਨਾਰਮਲ ਰਿਐਕਟੈਂਸ, ਉਹਨੂੰ X ਨਾਲ ਲਿਖਿਆ ਜਾਂਦਾ ਹੈਗਾ। ਠੀਕ ਹੈ ਜੀ। ਰੈਜ਼ਿਸਟੈਂਸ ਨੂੰ R ਨਾਲ, ਵੋਲਟੇਜ ਨੂੰ V ਨਾਲ, ਅਤੇ ਕਰੰਟ ਨੂੰ I ਦੇ ਨਾਲ। ਠੀਕ ਹੈ ਜੀ। ਆਹ ਦੇਖੋ ਜੀ, ਜਿਹੜੀ ਤੀਸਰੀ ਮੈਂ ਪਾਵਰ ਦੀ ਇੱਥੇ ਗੱਲ ਕਰਕੇ ਗਿਆ ਸੀਗਾ ਕਿ ਪਾਵਰ ਤਿੰਨ ਤਰ੍ਹਾਂ ਦੀ ਹੁੰਦੀ ਆ, ਟਰੂ ਪਾਵਰ, ਅਪਰੈਂਟ ਪਾਵਰ ਅਤੇ ਰਿਐਕਟਿਵ ਪਾਵਰ। ਜਿਹੜੀ ਰਿਐਕਟਿਵ ਪਾਵਰ ਹੈਗੀ ਹੈ ਇਹਨੂੰ ਡਿਨੋਟ ਕੀਤਾ ਜਾਂਦਾ kVAR, ਕਿਲੋ ਵੋਲਟ ਐਂਪੀਅਰ ਰਿਐਕਟਿਵ। ਇਹ ਰਿਐਕਟਿਵ ਪਾਵਰ ਦਾ ਯੂਨਿਟ ਹੈ। ਉਸ ਤੋਂ ਬਾਅਦ ਜਿਹੜੇ ਨੇ ਤਿੰਨ ਸੀਕੁਐਂਸ ਆ ਜਾਂਦੇ ਨੇ RYB, R ਫॉर ਰੈੱਡ, Y ਫॉर ਯੈਲੋ ਅਤੇ B ਫॉर ਬਲੂ। ਇਹ ਤੁਹਾਡਾ ਕੀ ਹੈਗਾ RYB, ਇਹ ਫੇਜ਼ ਸੀਕੁਐਂਸ ਨੇ। ਇਹਨਾਂ ਨੂੰ ਬੋਲ ਦਿੰਦੇ ਨੇ ਜੀ RYB ਨੂੰ ਫੇਜ਼ ਸੀਕੁਐਂਸ। ਇਹਨਾਂ ਨੂੰ ਇਹ ਨਾਮ ਦਿੱਤਾ ਜਾਂਦਾ ਹੈਗਾ ਫੇਜ਼ ਸੀਕੁਐਂਸ। ਠੀਕ ਹੈ ਜੀ। ਉਸ ਤੋਂ ਬਾਅਦ ACB ਮੀਨਸ ਏਅਰ ਸਰਕਟ ਬ੍ਰੇਕਰ, ਜੋ ਬਿਜਲੀ ਘਰਾਂ ਦੇ ਵਿੱਚ ਸਰਕਟ ਬ੍ਰੇਕਰ ਯੂਜ਼ ਕੀਤੇ ਜਾਂਦੇ ਨੇ। OCB ਆਇਲ ਸਰਕਟ ਬ੍ਰੇਕਰ, VCB ਵੈਕਿਊਮ ਸਰਕਟ ਬ੍ਰੇਕਰ, ਅਤੇ VIR ਵਲਕਨਾਈਜ਼ਡ ਇੰਡੀਅਨ ਰਬਰ। ਠੀਕ ਹੈ ਜੀ। ਸੋ ਇਹ ਜਿਹੜੀਆਂ ਬੇਸਿਕ ਡੈਫੀਨੇਸ਼ਨਾਂ ਨੇ, ਠੀਕ ਹੈ ਜੀ, ਇਲੈਕਟ੍ਰੀਕਲ ਐਬਰੀਵੇਸ਼ਨਾਂ ਜੋ ਕੰਮ ਆਉਂਦੀਆਂ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ, ਸਿਰਫ ਬੇਸਿਕਸ ਨੇ। ਠੀਕ ਹੈ। ਵੈਸੇ ਜੋ ਆਪਾਂ ਐਬਰੀਵੇਸ਼ਨਸ ਦੀ ਗੱਲ ਕਰੀਏ ਇਲੈਕਟ੍ਰੀਕਲ ਦੀਆਂ ਇੰਜੀਨੀਅਰਿੰਗ ਦੇ ਵਿੱਚ ਤਾਂ ਬਹੁਤ ਜ਼ਿਆਦਾ ਐਬਰੀਵੇਸ਼ਨਸ ਨੇ, ਪਰ ਇਹ ਬੇਸਿਕਸ ਨੇ ਜੋ ਆਮ ਤੌਰ 'ਤੇ ਤੁਸੀਂ ਲਗਾਤਾਰ ਡਿਪਲੋਮੇ ਦੀਆਂ ਬੁੱਕਸ ਦੇ ਵਿੱਚ ਪੜ੍ਹੋਗੇ।
ਅੱਗੇ ਆਉਣ ਵਾਲੇ ਸਮੈਸਟਰਾਂ ਦੇ ਦੌਰਾਨ। ਠੀਕ ਹੈ ਜੀ। ਹੁਣ ਆਪਣਾ ਟੌਪਿਕ ਆਪਾਂ ਸਟਾਰਟ ਕਰਦੇ ਹਾਂ ਜੀ ਕਰੰਟ। ਕਰੰਟ ਕੀ ਚੀਜ਼ ਹੁੰਦਾ ਜੀ? ਕਰੰਟ ਹੈ ਜੀ ਫਲੋ ਆਫ ਚਾਰਜ, ਇਨ particular डायरैक्शन, ਉਹਨੂੰ ਬੋਲ ਦਿੰਦੇ ਹਾਂ ਜੀ ਆਪਾਂ ਕਰੰਟ। ਠੀਕ ਹੈ ਜੀ। ਹੁਣ ਸਪੋਜ਼ ਕਰੋ ਆ ਇੱਕ ਤਾਰ ਹੈ, ਠੀਕ ਹੈ ਜੀ, ਇਹਦੇ ਵਿੱਚ ਕਰੰਟ ਆਈ ਫਲੋ ਕਰ ਰਿਹਾ ਹੈ। ਠੀਕ ਹੈ ਜੀ। ਹੁਣ ਇਹ ਜਿਹੜਾ ਕਰੰਟ ਆਈ ਹੈ, ਕਰੰਟ ਨੂੰ ਆਈ ਨਾਲ ਡਿਨੋਟ ਕਰੀਦਾ। ਮੈਂ ਪਿੱਛੇ ਵੀ ਦੱਸ ਕੇ ਗਿਆ ਐਬਰੀਵੇਸ਼ਨ ਦੇ ਵਿੱਚ। ਇਹ ਕੀ ਹੈ ਜੀ? ਫਲੋ ਆਫ ਚਾਰਜ ਪਰ ਯੂਨਿਟ ਟਾਈਮ। ਕਿਸੇ ਤਾਰ ਦੇ ਵਿੱਚੋਂ ਜਾਂ ਕਿਸੇ ਕੰਡਕਟਰ ਦੇ ਵਿੱਚੋਂ ਕਿੰਨੇ ਟਾਈਮ ਵਾਸਤੇ ਕਿੰਨਾ ਚਾਰਜ ਫਲੋ ਹੋ ਰਿਹਾ ਹੈ, ਉਹ ਕੀ ਤੁਹਾਡਾ ਹੁੰਦਾ ਹੈ ਜੀ? ਕਰੰਟ ਆਈ। ਠੀਕ ਹੈ ਜੀ। ਹਾਂਜੀ। ਹੁਣ ਜਿਹੜਾ ਚਾਰਜ ਹੈ ਕਿਊ, ਚਾਰਜ ਕਿਊ ਕੀ ਹੁੰਦਾ ਹੈਗਾ ਹੈ? ਨੰਬਰ ਆਫ ਇਲੈਕਟ੍ਰੋਨਸ ਮਲਟੀਪਲਾਈ ਬਾਏ ਚਾਰਜ ਔਨ 1 ਇਲੈਕਟ੍ਰੋਨ। ठीक है जी। मतलब जो Q है, Q इज इक्वल टू की ਹੁੰਦਾ जी NE। N की नंबर ऑफ इलैक्ट्रॉन्स तो E की हैगा जी ਤੁਹਾਡਾ चार्ज ऑन इलैक्ट्रॉन। ठीक है जी। ਹੁਣ चार्ज ऑन इलैक्ट्रॉन की हैगा जी? ਇਹਦੀ ਜਿਹੜੀ ਵੈਲਿਊ ਹੈ ਇਹ ਹੁੰਦੀ ਆ 1.6 × 10⁻⁻19। ਠੀਕ ਹੈ ਜੀ। ਇੱਕ ਇਲੈਕਟ੍ਰੋਨ ਦੇ ਉੱਪਰ ਇੰਨਾ ਚਾਰਜ ਹੁੰਦਾ ਹੈ। ਓਕੇ। ਸੋ ਇੱਥੋਂ ਜੋ ਫਾਰਮੂਲਾ ਹੈ I इज इक्वल टू Q/T ਸੀ ਕਰੰਟ ਦਾ। ਸੋ Q ਇਜ਼ ਇਕੁਅਲ ਟੂ ਕੀ ਹੋ ਗਿਆ? NE। ਆਹ ਵਾਲੀ ਜਿਹੜੀ Q ਇਜ਼ ਇਕੁਅਲ ਟੂ NE ਹੈ ਨਾ, ਇਹਨੂੰ ਤੁਸੀਂ ਇੱਥੇ Q ਦੀ ਥਾਂ 'ਤੇ ਪੁੱਟ ਕਰ ਦਿਓ, ਇੱਥੇ ਵੈਲਿਊ ਇਹਦੀ ਪੁੱਟ ਕਰ ਦਿਓ, ਲਿਖ ਦਿਓ NE/T। ਹਾਂ, ਇੱਥੋਂ ਕਰੰਟ ਦਾ ਫਾਰਮੂਲਾ ਬਣ ਗਿਆ। ਠੀਕ ਹੈ ਜੀ। ਹੁਣ ਗੱਲ ਕਰਦੇ ਹਾਂ ਜੀ ਇਹਦੀ ਯੂਨਿਟ ਦੀ। ਕਰੰਟ ਦੇ ਜਿਹੜੇ ਯੂਨਿਟ ਨੇ ਉਹ ਵੈਸੇ ਹੁੰਦੇ ਨੇ ਜੀ ਐਂਪੀਅਰ। ਠੀਕ ਹੈ ਜੀ। ਐਂਪੀਅਰ ਹੁੰਦੇ ਨੇ ਯੂਨਿਟ ਕਰੰਟ ਦੇ। ਪਰ ਜੇ ਆਪਾਂ ਇੱਥੋਂ ਯੂਨਿਟ ਬਣਾਈਏ, ਕਰੰਟ ਕੀ ਹੈ ਜੀ? ਚਾਰਜ ਅਪੋਨ ਟਾਈਮ। ਅਤੇ ਇੱਥੋਂ ਚਾਰਜ ਅਪੋਨ ਟਾਈਮ, ਇੱਥੋਂ ਯੂਨਿਟ ਕੀ ਕਿਸ ਤਰ੍ਹਾਂ ਬਣਨਗੇ ਇਹਦੇ? ਚਾਰਜ ਦੇ ਯੂਨਿਟ ਕੀ ਹੁੰਦੇ ਨੇ? ਕੂਲਮ। ਅਤੇ ਟਾਈਮ ਦੇ ਯੂਨਿਟ ਕੀ ਹੋ ਗਏ ਜੀ? ਸੈਕਿੰਡ। ਠੀਕ ਹੈ ਜੀ। ਸੋ ਇੱਥੋਂ ਇਹਦੇ ਯੂਨਿਟ ਕੀ ਬਣ ਗਏ? ਕੂਲਮ ਪਰ ਸੈਕਿੰਡ। ਠੀਕ ਹੈ ਜੀ। ਆ ਗਿਆ ਜੀ ਕੂਲਮ ਪਰ ਸੈਕਿੰਡ। ਹਾਂਜੀ। ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਠੀਕ ਹੈ। ਇੱਕ ਛੋਟਾ ਜਿਹਾ ਟੌਪਿਕ ਹੋਰ ਕਰ ਲਈਏ, ਪਾਵਰ। ਪਾਵਰ ਕੀ ਹੈ ਜੀ? ਪਾਵਰ ਦੀ ਜੋ ਡੈਫੀਨੇਸ਼ਨ ਹੈ ਵੈਸੇ ਬੇਸਿਕ, ਉਹ ਕੀ ਹੁੰਦਾ ਜੀ? ਰੇਟ ਆਫ ਡੂਇੰਗ ਵਰਕ। ਠੀਕ ਹੈ ਜੀ। ਕੰਮ ਕਰਨ, ਰੇਟ ਆਫ ਡੂਇੰਗ ਵਰਕ, ਮਤਲਬ ਕਿ ਕੋਈ ਬੰਦਾ ਕਿੰਨੇ ਸਮੇਂ ਦੇ ਵਿੱਚ ਕਿੰਨਾ ਕੰਮ ਕਰ ਸਕਦਾ ਹੈ। ਠੀਕ ਹੈ ਜੀ। ਉਹਨੂੰ ਬੋਲਦੇ ਨੇ ਜੀ ਪਾਵਰ। ਰੇਟ ਆਫ ਡੂਇੰਗ ਵਰਕ ਇਜ਼ ਕਾਲਡ ਪਾਵਰ। ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਲੈਕਟ੍ਰੀਕਲ ਪਾਵਰ ਦੀ। ਸੋ ਇਲੈਕਟ੍ਰੀਕਲ ਪਾਵਰ ਨੂੰ P ਨਾਲ ਡਿਨੋਟ ਕਰਦੇ ਆ। ਫਾਰਮੂਲਾ ਇਹਦਾ ਹੁੰਦਾ ਬੇਸਿਕ ਫਾਰਮੂਲਾ ਪਾਵਰ ਦਾ, ਵੋਲਟੇਜ ਇਨਟੂ ਕਰੰਟ। ਆਹ ਫਾਰਮੂਲਾ ਹੁੰਦਾ ਹੈ P ਇਜ਼ ਇਕੁਅਲ ਟੂ V ਇਨਟੂ I। ਠੀਕ ਹੈ। ਪਾਵਰ ਦੇ ਯੂਨਿਟ ਦੀ ਗੱਲ ਕਰੀਏ, ਯੂਨਿਟ ਕੀ ਹੁੰਦੇ ਨੇ ਜੀ ਇਹਦੇ? ਵਾਟ। ਵਾਟ ਕਹਿ ਲਓ, ਕਿਲੋਵਾਟ ਕਹਿ ਲਓ। ਜੇ ਕਿਲੋਵਾਟ ਲਗਾਉਂਦੇ ਆ ਤਾਂ ਉਹ ਬਿਗਰ ਯੂਨਿਟਸ ਆ ਜਾਂਦੇ ਨੇ। ਠੀਕ ਹੈ ਜੀ। ਸਿੰਪਲ ਯੂਨਿਟ ਕੀ ਨੇ ਇਹਦੇ? ਵਾਟ। ਠੀਕ ਹੈ ਜੀ। ਅਤੇ ਇੱਥੋਂ ਯੂਨਿਟ ਜੇ ਬਣਾਉਣੇ ਆ ਤਾਂ ਇਹ ਕੀ ਬਣਨਗੇ? ਵੋਲਟੇਜ ਦੇ ਯੂਨਿਟ ਕੀ ਹੁੰਦੇ ਨੇ? ਵੋਲਟ। ਅਤੇ ਕਰੰਟ ਦੇ ਯੂਨਿਟ ਕੀ ਹੁੰਦੇ ਨੇ? ਹੁਣੇ ਪਿੱਛੇ ਪੜ੍ਹ ਕੇ ਗਏ ਆ, ਐਂਪੀਅਰ। ਠੀਕ ਹੈ। ਸੋ 1 ਵਾਟ ਇਜ਼ ਇਕੁਅਲ ਟੂ 1 ਵੋਲਟ ਐਂਪੀਅਰ। ਇੱਥੋਂ ਪਾਵਰ ਦੇ ਆ ਯੂਨਿਟ ਇਹ ਬਣ ਗਏ। ਠੀਕ ਹੈ ਜੀ। ਸੋ ਇਹ ਬੇਸਿਕ ਸੀਗਾ। ਠੀਕ ਹੈ ਜੀ। ਅੱਗੇ ਮੈਂ ਹੋਰ ਵੀਡੀਓਜ਼ ਜੋ ਬੇਸਿਕ ਇਲੈਕਟ੍ਰੀਕਲ ਇੰਜੀਨੀਅਰਿੰਗ ਦੀਆਂ ਨੇ ਮੈਂ ਅੱਗੇ ਲੈ ਕੇ ਆਵਾਂਗਾ। ਠੀਕ ਹੈ। ਥੈਂਕ ਯੂ ਜੀ।